ਤੁਸੀਂ ਵੇਖ ਰਹੇ ਹੋ ਚੱਕਦੇ ਟੀਵੀ ਤੇ ਮੈਂ ਹਾਂ ਸੁਖ ਪੱਟੀਵਾਲ ਲੈ ਕੇ ਹਾਜ਼ਰ ਹੋਇਆ ਦੇਸ਼ ਵਿਦੇਸ਼ ਦੀ ਜਾਣਕਾਰੀ ਤੁਹਾਡੇ ਰੂਬਰੂ ਕਰਦੀਆਂ ਖਬਰਾਂ ਦਾ ਆਗਾਜ਼ ਕਰਨ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਸੁਰਖੀਆਂ ਵੱਲ। ਕੈਪਟਨ ਨੂੰ ਰਗੜੇ ਲਗਾਉਣ ਦੇ ਚੱਕਰ 'ਚ ਸੁਖਬੀਰ ਬਾਦਲ ਖੁਦ ਫਸੇ, ਕਸੂਤੇ ਨਹੀਂ ਦਿੱਤੇ ਗਏ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ। ਜ਼ਹਿਰੀਲੀ ਸ਼ਰਾਬ ਮਾਮਲੇ 'ਚ ਕੈਪਟਨ ਖਿਲਾਫ ਅਕਾਲੀ ਦਲ ਦੇ ਲੀਡਰ ਦੀ ਦਹਾੜ, ਕਿਹਾ ਹਰ ਮੌਤ ਦਾ ਕੈਪਟਨ ਤੋਂ ਲਿਆ ਜਾਵੇਗਾ ਹਿਸਾਬ। ਸਿੱਧੂ ਜੋੜੇ ਨੇ ਮੁੜ ਬੀਜੇਪੀ 'ਚ ਵਾਪਸੀ ਦੇ ਦਿੱਤੇ ਸੰਕੇਤ, ਤਾਂ ਬੀਜੇਪੀ ਲੀਡਰ ਨੇ ਸਿੱਧੂ ਜੋੜੇ ਨੂੰ ਦਿੱਤੀ ਵੱਡੀ ਨਸੀਹਤ। ਕੈਪਟਨ ਦੇ ਲੋਕ ਵਿਰੋਧੀ ਰਾਜ ਤੋਂ ਦੁਖੀ ਫਰੀडम ਫਾਈਟਰਸ ਚੜੇ ਪਾਣੀ ਵਾਲੀ ਟੈਂਕੀ ਤੇ ਆਪ ਲੀਡਰ ਨੇ ਕੈਪਟਨ ਅਤੇ ਸੁਖਬੀਰ ਨੂੰ ਪਾਈਆਂ ਲਾਂਤਾਂ। ਜੇਲ੍ਹਾਂ ਅੰਦਰ ਪਹੁੰਚ ਰਹੇ ਨਸ਼ੇ ਦਾ ਵੱਡਾ ਖੁਲਾਸਾ, ਜੇਲ੍ਹ ਕਰਮੀ ਨਸ਼ਾ ਤਸਕਰੀ ਕਰਦਾ ਕਾਬੂ, ਬੂਟਾਂ ਅੰਦਰ ਛੁਪਾ ਕੇ ਲਿਜਾ ਰਿਹਾ ਸੀ ਨਸ਼ਾ। ਭਰੇ ਬਾਜ਼ਾਰ, ਦੋ ਧਿਰਾਂ ਵਿਚਕਾਰ ਹੋਈ ਖੂਨੀ ਜੰਗ, ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਆਈਆਂ ਸਾਹਮਣੇ, 6 ਹੋਏ ਜ਼ਖਮੀ। ਹੁਣ ਖਬਰਾਂ ਵਿਸਤਾਰ ਨਾਲ। ਸੰਗਰੂਰ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਹੀਦਾਂ ਨੂੰ ਸਨਮਾਨ ਨਾ ਦੇਣ ਦਾ ਆਰੋਪ ਲਗਾਉਂਦਿਆਂ ਕੈਪਟਨ ਸਰਕਾਰ ਖਿਲਾਫ ਤੋਪਾਂ ਤਾਣੀਆਂ ਅਤੇ ਕਾਫੀ ਤਿੱਖੇ ਵਾਰ ਕੀਤੇ। ਇਸ ਮੌਕੇ ਬਾਦਲ ਸਾਹਿਬ ਦੇ ਉਸ ਸਮੇਂ ਪੈਰਾਂ ਦੀ ਜ਼ਮੀਨ ਹਿੱਲ ਗਈ ਜਦੋਂ ਪੱਤਰਕਾਰਾਂ ਨੇ ਸੁਖਬੀਰ ਸਾਹਿਬ ਤੋਂ ਅਜਿਹੇ ਸਵਾਲ ਪੁੱਛ ਲਏ ਜਿਨ੍ਹਾਂ ਦਾ ਬਾਦਲ ਸਾਹਿਬ ਕੋਲ ਕੋਈ ਜਵਾਬ ਨਹੀਂ ਸੀ। ਦੇਖੋ ਪੂਰਾ ਮਾਮਲਾ। ਬੀਤੇ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੰਗਰੂਰ 'ਚ ਸ਼ਹੀਦ ਊਧਮ ਸਿੰਘ ਦੀ ਬਰਸੀ ਮੌਕੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਦੇਣ ਪਹੁੰਚੇ, ਪਰ ਉੱਥੇ ਵੀ ਉਹ ਕੈਪਟਨ ਨੂੰ ਰਗੜੇ ਲਗਾਉਣਾ ਨਹੀਂ ਭੁੱਲੇ। ਇਸ ਮੌਕੇ ਵੀ ਬਾਦਲ ਸਾਹਿਬ ਨੇ ਕੈਪਟਨ ਨੂੰ ਖੂਬ ਪਿਓ ਸ਼ਬਦੀ ਚਪੇੜਾ ਮਾਰੀਆਂ। ਉਹਨਾਂ ਕੈਪਟਨ ਤੇ ਇਲਜ਼ਾਮ ਲਗਾਇਆ ਕਿ ਕੈਪਟਨ ਸ਼ਹੀਦਾਂ ਨੂੰ ਉਹਨਾਂ ਦਾ ਬਣਦਾ ਸਨਮਾਨ ਨਹੀਂ ਦੇ ਰਹੇ। ਦੇਖੋ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੈ, ਜਿਹੜਾ ਇਨਸਾਨ 3.5 ਸਾਲ ਹੋ ਗਏ ਕੱਲਾ ਇੱਕ ਵਾਰ ਦਰਬਾਰ ਸਾਹਿਬ ਗਿਆ ਹੋਏ ਮੱਥਾ ਟੇਕਣ, ਮਤਲਬ ਇੱਕ ਵਾਰ ਦੁਰਗਿਆਣਾ ਮੰਦਿਰ ਗਿਆ ਹੋਏ, ਜਿਹੜਾ ਮੁੱਖ ਮੰਤਰੀ ਨਾ ਆਪਣੇ ਸ਼ਹੀਦ ਭਗਤ ਸਿੰਘ ਦੀ ਜਗ੍ਹਾ ਨਾ ਸ਼ਹੀਦ ਊਧਮ ਸਿੰਘ ਦੀ ਜਗ੍ਹਾ ਤੇ ਇੱਕ ਵਾਰ ਨਾ ਗਿਆ ਹੋਏ ਆਉਂਦਾ, ਉਹਨੂੰ ਕੋਈ ਪਰਵਾਹ ਨਹੀਂ। ਕੈਪਟਨ ਅਮਰਿੰਦਰ ਸਿੰਘ ਦਾ ਕੰਮ ਇੱਕੋ ਹੀ ਸੀ, ਝੂਠ ਬੋਲ ਕੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਸਰਕਾਰ 'ਤੇ ਕਬਜ਼ਾ ਕਰ ਲਈਏ, ਫਿਰ ਅਸੀਂ ਲੁੱਟਣਾ। ਉਹ ਲੁੱਟਣ ਦਾ ਕੰਮ ਕਰ ਰਹੇ ਆ, ਉਹਨੂੰ ਕੋਈ ਪਰਵਾਹ ਨਹੀਂ। ਕੋਈ ਉਹਨਾਂ ਦਾ ਇੱਥੇ ਆਉਣ ਦਾ ਮਕਸਦ ਨਾ ਹੈ ਨਾ ਰਹੇਗਾ, ਨਾ ਉਹ ਸ਼ਹੀਦਾਂ ਨੂੰ ਕੋਈ ਉਹਨਾਂ ਦੇ ਦਿਲ 'ਚ ਕੋਈ ਦਰਦ ਆ ਸ਼ਹੀਦਾਂ ਪ੍ਰਤੀ। ਸੁਖਬੀਰ ਨੇ ਇਹ ਸ਼ਬਦੀ ਚਪੇੜਾਂ ਉਦੋਂ ਮਾਰੀਆਂ ਜਦੋਂ ਪੱਤਰਕਾਰ ਨੇ ਸਵਾਲ ਕੀਤਾ ਕਿ ਸਰਕਾਰ ਦਾ ਕੋਈ ਵੀ ਲੀਡਰ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਦੇਣ ਨਹੀਂ ਆਇਆ। ਜਦੋਂ ਪੱਤਰਕਾਰ ਨੇ ਸੁਖਬੀਰ ਸਾਹਿਬ ਤੋਂ ਇਹ ਸਵਾਲ ਕੀਤਾ ਕਿ 10 ਸਾਲ ਇੱਥੇ ਅਕਾਲੀਆਂ ਦਾ ਐਮਐਲਏ ਰਿਹਾ, ਉਦੋਂ ਕੋਈ ਯਾਦਗਾਰ ਸਮਾਰਕ ਕਿਉਂ ਨਹੀਂ ਬਣਿਆ, ਤਾਂ ਫਿਰ ਸੁਖਬੀਰ ਸਿੰਘ ਕੀ ਗੋਲਮੋਲ ਜਵਾਬ ਦੇ ਕੇ ਗਏ। ਆਓ ਦੇਖਦੇ ਹਾਂ। ਯਾਦਗਾਰ ਦੀ ਗੱਲ ਕੀਤੀ ਗਿਆ, ਅਕਾਲੀ ਦਲ ਦਾ 10 ਸਾਲ ਇੱਥੇ ਐਮਐਲਏ ਰਿਹਾ ਜੀ, ਉਦੋਂ ਵੀ ਕੋਈ ਯਾਦਗਾਰ ਬਣੀ। ਲਾਸਟ ਟਾਈਮ ਦੇ ਵਿੱਚ ਜਦੋਂ ਆ ਕੇ ਆਖਰੀ ਸਾਲ ਦੇ ਵਿੱਚ ਜਿਹੜੀ ਜ਼ਮੀਨ ਲਿੱਤੀ ਗਈ ਸੀ, ਉਸ ਤੋਂ ਪਹਿਲਾਂ ਕਿਉਂ ਨਹੀਂ ਯਾਦ ਕੀਤਾ ਗਿਆ ਜੀ? ਪਰਿਵਾਰ ਮੈਮੋਰੀਅਲ ਕਾਂਗਰਸ ਨੂੰ ਦੇ ਰਿਹਾ ਜੀ। ਕਿਹੜਾ ਪਰਿਵਾਰ ਇਹਨਾਂ ਦਾ ਮੈਮੋਰੀਅਲ ਜਿਹੜਾ ਬਣ ਰਿਹਾ ਉਹਦਾ ਸਿਹਰਾ ਕਾਂਗਰਸ ਨੂੰ ਦੇ ਰਿਹਾ ਸੀ। ਦੱਸਾਂ ਕੀ ਹੈ, ਮੈਂ ਇਹਦੀ ਐਸੀਆਂ ਗੱਲਾਂ 'ਚ ਜਾਣਾ ਨਹੀਂ ਚਾਹੁੰਦਾ, ਕਿਉਂਕਿ ਆ ਕੋਈ ਤੂੰ ਮੈਂ ਵਾਲੀ ਗੱਲ ਨਹੀਂ ਹੈ। ਬੜੀ ਲੋੜ ਹੈ ਯਾਦਗਾਰ ਬਣਾਉਣ ਦੀ। ਜ਼ਮੀਨ ਬਾਦਲ ਸਾਹਿਬ ਨੇ ਖਰੀਦੀ, ਉਹਦੇ ਬਾਅਦ ਸਾਰਾ ਇੰਤਜ਼ਾਮ ਪਲੈਨਿੰਗ ਉਹਨੇ ਕੀਤੀ। ਚਲੋ ਸਰਕਾਰ ਨੀ ਪੱਥਰੀ ਬਾਦਲ ਸਾਹਿਬ ਨੇ ਰੱਖਿਆ, ਕੰਮ ਸ਼ੁਰੂ ਵੀ ਪੈਸਾ ਵੀ ਬਾਦਲ ਸਾਹਿਬ ਨੇ ਅਲਾਟ ਕਰਕੇ ਦਿੱਤਾ ਸੀ। ਆਹ ਤਾਂ ਕੰਮ ਕੱਲਾ ਇਹਨਾਂ ਨੇ ਕੰਮ ਚਾਲੂ ਕੀਤਾ, ਸ਼ੁਰੂਆਤ ਬਾਦਲ ਸਾਹਿਬ ਨੇ। ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋ ਰਹੀਆਂ ਮੌਤਾਂ ਦੇ ਮਾਮਲੇ 'ਚ ਕੈਪਟਨ ਸਾਹਿਬ ਕਸੂਤੇ ਘਿਰ ਚੁੱਕੇ ਨੇ। ਅਕਾਲੀ ਦਲ ਬਾਦਲ ਦੇ ਬੁਲਾਰੇ ਬਿਰਸਾ ਸਿੰਘ ਬਲਟੋਹਾ ਨੇ ਇਲਜ਼ਾਮ ਲਗਾਇਆ ਕਿ ਨਕਲੀ ਸ਼ਰਾਬ ਵੇਚਣ ਦਾ ਗੋਰਖ ਧੰਦਾ ਕੈਪਟਨ ਸਾਹਿਬ ਦੀ ਸਰਪ੍ਰਸਤੀ ਹੇਠ ਪੁਲਿਸ ਦੀ ਮਿਲੀ ਭੁਗਤ ਨਾਲ ਕਾਂਗਰਸ ਦੇ ਆਗੂ ਹੀ ਕਰ ਰਹੇ ਨੇ। ਬਲਟੋਹਾ ਨੇ ਕਈ ਹੋਰ ਵੀ ਵੱਡੇ ਖੁਲਾਸੇ ਕੀਤੇ।
ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋ ਰਹੀਆਂ ਮੌਤਾਂ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਵਿਰੋਧੀ ਇਸ ਮਾਮਲੇ ਨੂੰ ਲੈ ਕੇ ਕੈਪਟਨ ਸਰਕਾਰ ਤੇ ਖੂਬ ਧਾਵਾ ਬੋਲ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੁਲਾਰੇ ਵਿਰਸਾ ਸਿੰਘ ਬਲਟੋਹਾ ਨੇ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਨਕਲੀ ਸ਼ਰਾਬ ਵੇਚਣ ਦਾ ਗੋਰਖ ਧੰਦਾ ਕਾਂਗਰਸ ਸਰਕਾਰ ਦੀ ਸਰਪ੍ਰਸਤੀ ਹੇਠ ਪੁਲਿਸ ਦੀ ਮਿਲੀ ਭੁਗਤ ਨਾਲ ਕਾਂਗਰਸ ਦੇ ਸਿਰਕੱਢ ਆਗੂ ਹੀ ਕਰ ਰਹੇ ਨੇ, ਜਿਸ ਕਾਰਨ ਅੱਜ ਪੰਜਾਬ 'ਚ 70 ਵਿਛ ਰਹੇ ਨੇ। ਵਲਟੋਹਾ ਨੇ ਆਖਿਆ ਕਿ ਤਰਨਤਾਰਨ ਦੇ ਐਮਐਲਏ ਕਾਂਗਰਸੀ ਅਗਨਹੋਤਰੀ ਤੇ ਉਸ ਦੇ ਨਾਲ ਸੰਬੰਧਿਤ ਡੀਐਸਪੀ ਅਤੇ ਐਸਐਚਓ ਖਿਲਾਫ ਵੀ ਪਰਚੇ ਦਰਜ ਹੋਣੇ ਚਾਹੀਦੇ ਨੇ ਅਤੇ ਇਹਨਾਂ ਨੂੰ ਡਿਸਮਿਸ ਕਰ ਦੇਣਾ ਚਾਹੀਦਾ ਹੈ। ਜਿਸ ਤਰ੍ਹਾਂ ਇੱਕੇ ਜਗ੍ਹਾ ਤੇ ਚਿਖਾ ਬਲੰਡੀਆਂ ਨੇ ਔਰ 70 ਵਿਸ਼ੇ ਨੇ ਅੱਜ ਪੰਜਾਬ ਦੀ ਧਰਤੀ ਦੇ ਉੱਤੇ, ਤੇ ਅਗਨੀਹੋਤਰੀ ਦੇ ਉੱਤੇ ਵੀ ਜਿਹੜਾ ਆ ਉਹਨਾਂ ਦੇ ਉੱਤੇ ਵੀ ਜਿਹੜਾ ਮੁਕੱਦਮਾ ਦਰਜ ਹੋਣਾ ਚਾਹੀਦਾ ਔਰ ਜਿਹੜੇ ਸੰਬੰਧਿਤ ਅਧਿਕਾਰੀ ਨੇ, ਕਰਮਚਾਰੀ ਨੇ, ਆਫੀਸਰ ਸਾਹਿਬਾਨ ਨੇ ਜਿਹੜੇ ਤਰਨਤਾਰਨ ਦੇ ਨਾਲ, ਉਹਨਾਂ ਦੇ ਉੱਤੇ ਜਿਹੜਾ ਆ ਮੁਕੱਦਮਾ ਦਰਜ ਹੋ ਕੇ ਇਹ ਕਾਰਵਾਈ ਹੋਣੀ ਚਾਹੀਦੀ ਹੈ। ਨਾਲ ਹੀ ਵਲਟੋਹਾ ਨੇ ਕਰਨ ਅਵਤਾਰ ਸਿੰਘ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣ ਦਾ ਸੱਚ ਅਤੇ ਉਹਨਾਂ ਨਾਲ ਮੰਤਰੀਆਂ ਦੇ ਗੁੱਸੇ ਦਾ ਕਾਰਨ ਵੀ ਮੀਡੀਆ ਸਾਹਮਣੇ ਦੱਸਿਆ ਅਤੇ ਕੈਪਟਨ ਸਾਹਿਬ ਦੇ ਧਾਰਮਿਕ ਐਡਵਾਈਜ਼ਰ ਪਰਮਜੀਤ ਸਿੰਘ ਸਰਨੇ ਨੂੰ ਅਤੇ ਉਹਨਾਂ ਦੀ ਬੇਟੀ ਨੂੰ ਸ਼ਰਾਬ ਦਾ ਤਸਕਰ ਦੱਸਿਆ। ਨਾਲ ਹੀ ਬਲਟੋਹਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਹਿਰੀਲੀ ਸ਼ਰਾਬ ਮਾਮਲੇ ਦੀ ਜਾਂਚ ਜੋ ਡਿਵੀਜ਼ਨਲ ਕਮਿਸ਼ਨਰ ਨੂੰ ਸੌਂਪੀ ਗਈ ਹੈ, ਉਹ ਸਿਰਫ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਹੈ, ਕਿਉਂਕਿ ਦੁਸ਼ਹਿਰੇ ਮੌਕੇ ਜੋੜਾ ਫਾਟਕ ਦੇ ਵਾਪਰੇ ਭਿਆਨਕ ਰੇਲ ਹਾਦਸੇ ਦੀ ਇਨਕੁਆਇਰੀ ਵੀ ਉਹਨਾਂ ਨੇ ਇਹਨਾਂ ਨੂੰ ਹੀ ਸੌਂਪੀ ਸੀ, ਜਿਸ ਵਿੱਚ ਹੁਣ ਤੱਕ ਕਿਸੇ ਵੀ ਜ਼ਿੰਮੇਵਾਰ ਵਿਅਕਤੀ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ। ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪ ਦਾ ਧਾਰਮਿਕ ਐਡਵਾਈਜ਼ਰ ਲਾਇਆ ਪਰਮਜੀਤ ਸਿੰਘ ਸਰਨੇ। ਹੁਣ ਧਾਰਮਿਕ ਐਡਵਾਈਜ਼ਰ ਦਾ ਕੰਮ ਕੀ ਹੈ? ਧਾਰਮਿਕ ਮਸਲਿਆਂ ਤੇ ਸਲਾਹਾਂ ਦੇਣਾ। ਤੇ ਧਾਰਮਿਕ ਐਡਵਾਈਜ਼ਰ ਸਾਹਿਬ ਪੰਜਾਬ ਦੇ ਅੰਦਰ ਸ਼ਰਾਬ ਦਾ ਨਜਾਇਜ਼ ਕਾਰੋਬਾਰ ਕਰ ਰਹੇ। ਉਹਨਾਂ ਦੀ ਬੇਟੀ ਦੀ ਜਿਹੜੀ ਇੱਥੇ ਡਿਸਟਿਲਰੀ ਹੈ, ਕਿੱਡੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਨਜਾਇਜ਼ ਸ਼ਰਾਬ ਜਿਹੜੀ ਹੈ ਉਹਨਾਂ ਦੀ ਬੇਟੀ ਦੀ ਜਿਹੜੀ ਹੈ ਪੰਜਾਬ 'ਚ ਫੜੀ ਗਈ। ਤੇ ਪਰਮਜੀਤ ਸਿੰਘ ਸਰਨਾ ਕੀ ਨੇ? ਪੰਜਾਬ ਦੇ ਸੀਐਮ ਦੇ ਜਿਹੜੇ ਨੇ ਐਡਵਾਈਜ਼ਰ ਨੇ। ਸੋ ਸਭ ਤੋਂ ਵੱਡੇ ਦੁੱਖ ਦੀ ਗੱਲ ਹੈ ਕਿ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ, ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਕਿ ਅੱਗੇ ਤੇ ਕੇਵਲ ਪੰਜਾਬ ਦੇ ਰੈਵਨਿਊ ਨੂੰ ਚੂਨਾ ਲਾ ਰਹੇ ਸੀ, ਹੁਣ ਪੰਜਾਬ ਦੇ ਲੋਕਾਂ ਦੀਆਂ ਜਾਨਾਂ ਨਾਲ, ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਣਾ ਸ਼ੁਰੂ ਕਰ ਦਿੱਤਾ ਹੈ। ਜ਼ਹਿਰੀਲੀ ਸ਼ਰਾਬ ਜਿਹੜੀ ਹੈ ਪੰਜਾਬ ਦੇ ਅੰਦਰ ਨਜਾਇਜ਼ ਬਣਾ ਕੇ, ਅਲਕੋਹਲ ਵਾਲੀ ਸ਼ਰਾਬ ਬਣਾ ਕੇ ਪੰਜਾਬ ਦੇ ਲੋਕਾਂ ਨੂੰ ਪਰੋਸੀ ਜਾ ਰਹੀ ਹੈ ਔਰ ਮੌਤਾਂ ਦਾ ਅੰਕੜਾ ਜਿਹੜਾ ਹੈ ਹਿਲਾ ਦੇਣ ਵਾਲਾ ਆ। ਪਹਿਲੀ ਤਾਂ ਗੱਲ, ਮੌਤ ਹੋਣੀ ਨਹੀਂ ਚਾਹੀਦੀ। ਜੇ ਮੈਂ ਕਹਿੰਦਾ ਇੱਕ ਵੱਧੀ ਹੋਈ ਹੋ ਜੇ ਉਹ ਵੀ ਹਿਲਾ ਦਿੰਦੀ ਹੈ। ਇੱਥੇ ਦਰਜਨਾਂ ਜਿਹੜੇ ਨੇ ਉਹ ਮੌਤ ਦੀ ਅਗੋਚ ਚਲੇ ਗਏ ਨੇ ਤੇ ਬਹੁਤ ਵੱਡੀ ਗਿਣਤੀ ਜਿਹੜੀ ਆ ਸੀਰੀਅਸ ਹੋਈ ਪਈ ਹੈ। ਔਰ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਕਿ ਮੈਂ ਜਿਹੜੀ ਆ ਜੁਡੀਸ਼ੀਅਲ ਇਨਕੁਆਇਰੀ ਮਾਰਕ ਕਰ ਦਿੱਤੀ ਹੈ। ਤੇ ਜੁਡੀਸ਼ੀਅਲ ਇਨਕੁਆਇਰੀ ਕਿਹਨੂੰ ਮਾਰਕ ਕੀਤੀ ਹੈ? ਡਿਵੀਜ਼ਨਲ ਕਮਿਸ਼ਨਰ ਨੂੰ। ਤੇ ਮੇਰਾ ਖਿਆਲ ਹੈ ਕਿ ਅੰਮ੍ਰਿਤਸਰ ਦੀ ਪ੍ਰੈਸ ਨੂੰ ਤਾਂ ਇਸ ਗੱਲ ਦਾ ਉਹਲਾ ਕੋਈ ਨਹੀਂ। ਜਦੋਂ 70 ਲੋਕ ਜੋੜਾ ਫਾਟਕ ਤੇ ਭੇਂਟ ਚੜ੍ਹ ਗਏ ਸੀ, ਅਣਗਹਿਲੀ ਦਾ ਇੱਕ ਗਲਤੀ ਦਾ ਜਿਹੜੀ ਕੀਤੀ ਸੀਗੀ ਨਵਜੋਤ ਸਿੰਘ ਸਿੱਧੂ ਫੈਮਿਲੀ ਵੱਲੋਂ ਤੇ ਉਹਦੇ ਚਹੇਤਿਆਂ ਵੱਲੋਂ, ਜਿਹੜੇ 70 ਲੋਕ ਜਿਹੜੇ ਆਪਣੀ ਜਾਨ ਗਵਾ ਬੈਠੇ ਸੀਗੇ, ਉਹਦੀ ਵੀ ਇਨਕੁਆਇਰੀ ਜਿਹੜੀ ਡਿਵੀਜ਼ਨਲ ਕਮਿਸ਼ਨਰ ਨੂੰ ਜਿਹੜੀ ਆ ਪੰਜਾਬ ਦੇ ਮੁੱਖ ਮੰਤਰੀ ਨੇ ਦਿੱਤੀ ਸੀ। ਤੁਸੀਂ ਦੱਸੋ ਕਿ ਜੋ ਕੁਛ ਜਿਸ ਤਰੀਕੇ ਨਾਲ ਉੱਥੇ ਦੁਸਹਿਰਾ ਕਰਵਾਇਆ ਗਿਆ, ਜਿਨ੍ਹਾਂ ਲੋਕਾਂ ਨੇ ਕਰਵਾਇਆ, ਜਿਸ ਤਰ੍ਹਾਂ ਦੇ ਪ੍ਰਬੰਧ ਕੀਤੇ, ਜਿਸ ਤਰ੍ਹਾਂ ਦੀਆਂ ਨਗਹਿਲੀਆਂ ਸਾਹਮਣੇ ਆਈਆਂ ਔਰ ਜਿਸ ਤਰ੍ਹਾਂ ਦੀਆਂ ਗਲਤੀਆਂ ਸਾਹਮਣੇ ਸੀਗੀਆਂ, ਜਿਸ ਤਰੀਕੇ ਦੇ ਨਾਲ ਉੱਥੇ ਮਾੜੇ ਪ੍ਰਬੰਧ ਸੀਗੇ ਤੇ ਜਿਹਦੇ ਕਰਕੇ ਹਾਦਸਾ ਵਾਪਰਿਆ ਸੀ, ਕਿਸੇ ਨੂੰ ਦੋਸ਼ੀ ਠਹਿਰਾਇਆ? ਇਸ ਕਰਕੇ ਇਹ ਸਾਨੂੰ ਇਨਕੁਆਇਰੀ ਜਿਹੜੀ ਹੈ ਬਿਲਕੁਲ ਪ੍ਰਵਾਨ ਨਹੀਂ। ਨਵਜੋਤ ਕੌਰ ਸਿੱਧੂ ਦੇ ਬੀਜੇਪੀ ਪੱਖੀ ਟਵੀਟ ਸਾਹਮਣੇ ਆਉਣ ਤੋਂ ਬਾਅਦ ਬੀਜੇਪੀ ਦੇ ਸੀਨੀਅਰ ਲੀਡਰ ਮਦਨ ਮੋਹਨ ਮਿੱਤਲ ਨੇ ਨਵਜੋਤ ਸਿੰਘ ਸਿੱਧੂ ਅਤੇ ਬੀਬੀ ਨਵਜੋਤ ਕੌਰ ਸਿੱਧੂ ਨੂੰ ਨਸੀਹਤ ਦਿੱਤੀ ਕਿ ਜੇ ਉਹ ਮੁੜ ਬੀਜੇਪੀ 'ਚ ਆਉਣਾ ਚਾਹੁੰਦੇ ਨੇ ਤਾਂ ਉਹਨਾਂ ਦੀ ਕੋਈ ਵੀ ਸ਼ਰਤ ਨਹੀਂ ਹੋਣੀ ਚਾਹੀਦੀ। ਮਦਨ ਮੁਤਾਬਕ ਇਸ ਵਾਰ ਬੀਜੇਪੀ ਅਕਾਲੀ ਦਲ ਨਾਲ ਮਿਲ ਕੇ ਅੱਧੋ-ਅੱਧ ਤੇ ਚੋਣਾਂ ਲੜੇਗੀ। देखो नवजोत कौर सिद्धू या नवजोत सिंह दोनों एक ही हैं। अगर वो बीजेपी पर आना चाहते हैं, पहले कोई शर्त नहीं होनी चाहिए। दूसरी गल उन्होंने दोबारा इस गल ते घोख कर लेनी चाहिए भी आया कि वो बीजेपी की पॉलिसी नाल सहमत है, और जब तक वो बीजेपी की पॉलिसी नाल सहमत है पार्टी जाने का कोई फायदा नहीं। और बीजेपी अकाली दल नाल मिल के चुनाव लड़ेगी, ये भी जग जाहिर है। ਅਸੀਂ ਉਹਨਾਂ ਨਾਲ ਮਿਲ ਕੇ ਲੜਦੇ ਰਹੇ, ਹੁਣ ਵੀ ਅਸੀਂ ਉਹਨਾਂ ਨੂੰ ਛੱਡਣ ਵਾਸਤੇ ਤਿਆਰ ਨਹੀਂ, ਮਿਲ ਕੇ ਲੜਾਂਗੇ। ਅਸੀਂ 59 ਸੀਟਾਂ
ਲੜਨਾ ਚਾਹੁੰਦੇ ਹਾਂ ਉਹਨਾਂ ਨੂੰ 58 ਤੇ ਲੜਾਉਣਾ ਚਾਹੁੰਦੇ ਹਾਂ ਜੀ ਔਰ ਅਸੀਂ ਮਿਲ ਕੇ ਦੋਨਾਂ ਨੂੰ ਜਿਤਾਉਣਾ ਚਾਹੁੰਦੇ ਹਾਂ। ਸੋ ਉਹ ਵੀ ਅਗਰ ਇਸ ਗੱਲ ਨਾਲ ਸਹਿਮਤ ਹੈ ਤੇ ਆਪਣੇ ਆਪ ਨੂੰ ਜਿਹੜੀਆਂ ਪਿਛਲੀਆਂ ਗਲਤੀਆਂ ਉਹਨਾਂ ਤੇ ਮੰਥਨ ਕਰਨ ਜੀ ਔਰ ਆਪਣੇ ਅੰਦਰ ਸਟੇਬਿਲਿਟੀ ਲਿਆਉਣ। ਕਿਸੇ ਵੀ ਰਾਜਨੀਤਿਕ ਪਾਰਟੀ 'ਚ ਜਾਣਾ ਹੈ, ਪਹਿਲੀ ਗੱਲ ਉਹਦੀ ਆਈਡੀਓਲੋਜੀ, ਦੂਸਰੀ ਗੱਲ ਆਪਣੇ ਮਨ 'ਚ ਸਟੇਬਿਲਿਟੀ, ਜੀ ਤੀਸਰੀ ਗੱਲ ਇਹ ਨਾ ਸੋਚੋ ਕਿ ਮੇਰਾ ਕੀ ਫਾਇਦਾ ਹੋਊਗਾ। ਹੋ ਸਕਦਾ ਉਹਨਾਂ ਨੂੰ ਕੁਝ ਨਾ ਮਿਲੇ, ਮਿਲ ਸਕਦਾ ਤੇ ਸਭ ਕੁਝ ਮਿਲ ਸਕਦਾ। ਜੇ ਆਦਮੀ ਆਪਣੇ ਵੈਸਟਰਨ ਇੰਟਰਸਟ ਨਾਲ ਕਿਸੇ ਪਾਰਟੀ 'ਚ ਜਾਊਗਾ ਉਹ ਕਦੇ ਬੰਦਾ ਉੱਥੇ ਟਿਕ ਨਹੀਂ ਸਕਦਾ। ਸੋ ਬੀਜੇਪੀ ਨੇ ਤਾਂ ਉਹਨੂੰ ਬਹੁਤ ਕੁਝ ਦਿੱਤਾ, ਜੀ ਦੋਨਾਂ ਨੂੰ ਦਿੱਤਾ, ਪਰ ਉਹ ਸੈਟੀਸਫਾਈ ਨਹੀਂ ਹੋਏ। ਹੁਣ ਇਹ ਸੋਚ ਕੇ ਆਂਗੇ ਅਸੀਂ ਲੈਣਾ ਕੁਝ ਨਹੀਂ, ਅਸੀਂ ਪਾਰਟੀ ਦੀ ਸੇਵਾ ਕਰਨੀ ਹੈ। ਇਸ ਮੌਕੇ ਮਿੱਤਲ ਸਾਹਿਬ ਨੇ ਦਾਅਵਾ ਕੀਤਾ ਕਿ ਬੀਜੇਪੀ ਦੇ ਅਕਾਲੀ ਦਲ ਦੇ ਨਾਲ 50-50 ਤੇ ਚੋਣਾਂ ਲੜਨ ਦੇ ਮੇਰੇ ਬਿਆਨ ਨਾਲ ਮੇਰੀ ਪਾਰਟੀ ਵੀ ਸਹਿਮਤ ਹੈ। ਮਿੱਤਲ ਨੇ ਕਿਹਾ ਕਿ ਮੈਂ ਜੋ ਬੋਲਦਾ ਪਾਰਟੀ ਦੇ ਵਿਚਾਰ ਨਾਲ ਅਤੇ ਪਾਰਟੀ ਦੀ ਨੀਤੀ ਮੁਤਾਬਕ ਬੋਲਦਾ। ਇਤਫਾਕ ਰੱਖਦੀ ਤਾਂ ਹੀ ਕੰਮ ਕਰ ਰਹੇ, ਮੈਂ ਇਕੱਲਾ ਥੋੜੇ ਬੋਲ ਸਕਦਾ। ਬਾਕੀ ਮੇਰੀ ਜੋ ਮੈਂ ਬੋਲਦਾ ਪਾਰਟੀ ਦੇ ਵਿਚਾਰ ਨਾਲ ਹੀ ਬੋਲਦਾ। ਜੀ ਮੈਂ ਪਾਰਟੀ ਦਾ ਸਭ ਤੋਂ ਪੁਰਾਣਾ ਸਿਪਾਹੀ ਹਾਂ, ਸਭ ਤੋਂ ਸੀਨੀਅਰ ਮੋਸਟ ਆਦਮੀ ਹੈ। ਮੈਂ ਪਾਰਟੀ ਦੀ ਗੱਲ ਕਰਦਾ, ਮੈਂ ਘੱਟ ਬੋਲਦਾ ਜੀ ਲੇਕਿਨ ਜੋ ਬੋਲਦਾ ਤਾਂ ਫਿਰ ਕੌਨਫੀਡੈਂਸ ਨਾਲ ਬੋਲਦਾ ਔਰ ਪਾਰਟੀ ਦੀ ਨੀਤੀ ਦੇ ਅਨੁਸਾਰ ਬੋਲਦਾ। ਸੋ ਇਹ ਅਸੀਂ ਜੋ 59 ਸੀਟਾਂ ਕਲੇਮ ਕੀਤੀਆਂ ਆਪਣੀ ਨੀਤੀ ਦੇ ਅਨੁਸਾਰ ਕੀਤੀਆਂ। ਸਾਡਾ ਵਰਕਰ ਅੱਜ ਸੈਟੀਸਫਾਈ ਨਹੀਂ ਹੈ, ਵਰਕਰ ਮੰਗਦਾ ਸੀਟਾਂ, ਜੀ ਸੋ ਸਾਨੂੰ ਸੈਟੀਸਫਾਈ ਕਰਨਾ ਪਏਗਾ। ਸਾਰੇ ਦੇਸ਼ 'ਚ ਅਸੀਂ बढ़ ਰਹੇ ਹਾਂ ਤੇ ਪੰਜਾਬ 'ਚ ਕਿਉਂ ਨਹੀਂ बढ़ाਂਗੇ। ਮੁੱਖ ਮੰਤਰੀ ਬੀਜੇਪੀ ਤੋਂ ਹੋਏਗਾ, ਅਕਾਲੀ ਦਲ ਤੋਂ ਹੋਏਗਾ? ਇਹ ਤਾਂ ਚਲੋ ਦੀ ਬਾਤ ਦੀ ਗੱਲ ਹੈ, ਹਾਲੇ ਤੂੰ ਅਰਲੀ ਹੈ ਇਹਨਾਂ ਗੱਲਾਂ ਤੇ ਬੋਲਣਾ। ਕਿ ਅਸੀਂ ਸੀਐਮ ਲਈ ਮਦਨ ਮੋਹਨ ਮਿੱਤਲ ਨੂੰ ਵੀ ਦੇਖ ਸਕਦੇ ਹਾਂ? ਨਹੀਂ ਮੇਰਾ ਮਨ ਬਿਲਕੁਲ ਠੀਕ ਹੈ, ਆਈ ਐਮ ਸੈਟੀਸਫਾਈਡ ਮੈਨ। ਸ਼ਹੀਦ ਊਧਮ ਸਿੰਘ ਦੀ ਬਰਸੀ ਮੌਕੇ ਫਰੀडम ਫਾਈਟਰ ਕੈਪਟਨ ਰਾਜ ਤੋਂ ਦੁਖੀ ਹੋ ਕੇ ਅਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਾਣੀ ਵਾਲੀ ਟੈਂਕੀ ਤੇ ਚੜ੍ਹੇ ਅਤੇ ਕੈਪਟਨ ਖਿਲਾਫ ਹੱਲਾ ਬੋਲ ਪ੍ਰਦਰਸ਼ਨ ਕੀਤਾ। ਉਧਰ ਆਮ ਆਦਮੀ ਪਾਰਟੀ ਦੇ ਲੀਡਰ ਅਮਨ ਅਰੋੜਾ ਨੇ ਪ੍ਰਦਰਸ਼ਨਕਾਰੀਆਂ ਦਾ ਸਮਰਥਨ ਕਰਦਿਆਂ ਕੈਪਟਨ ਅਤੇ ਸੁਖਬੀਰ ਨੂੰ ਖੂਬ ਲਾਂਤਾਂ ਪਾਈਆਂ। ਸੰਗਰੂਰ ਦੇ ਸਨਾਮ 'ਚ ਬੀਤੇ ਦਿਨੀ ਸ਼ਹੀਦ ਊਧਮ ਸਿੰਘ ਦੀ ਵਰਸੀ ਮੌਕੇ ਫਰੀडम ਫਾਈਟਰ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਵਜੋਂ ਪਾਣੀ ਵਾਲੀ ਟੈਂਕੀ ਤੇ ਚੜ੍ਹੇ ਅਤੇ ਉਹਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਹੱਲਾ ਬੋਲ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਸਰਕਾਰ ਮੁਰਦਾਬਾਦ, ਫਰੀडम ਫਾਈਟਰ ਉਤਰਾਧਿਕਾਰੀ ਜਥੇਬੰਦੀ ਜਿੰਦਾਬਾਦ, ਸਾਡੀਆਂ ਮੰਗਾਂ ਪੂਰੀਆਂ ਕਰੋ। ਫਰੀडम ਫਾਈਟਰਸ ਦਾ ਕਹਿਣਾ ਹੈ ਕਿ ਸਰਕਾਰਾਂ ਸ਼ਹੀਦਾਂ ਦੇ ਨਾਂ ਤੇ ਸਿਰਫ ਰਾਜਨੀਤੀ ਕਰਦੀਆਂ ਨੇ। ਇਸ ਮੌਕੇ ਫਰੀडम ਫਾਈਟਰਸ ਵੱਲੋਂ ਕੈਪਟਨ ਸਰਕਾਰ ਨੂੰ ਖੂਬ ਭੰਡਿਆ ਗਿਆ ਅਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ। ਸਾਡੇ ਬੇਬਸ ਹੋ ਕੇ ਅਸੀਂ ਚੜ੍ਹੇ ਹਾਂ। 72 ਸਾਲ ਹੋ ਗਏ ਸਾਨੂੰ ਡੀਕ ਜਾਣ। ਮੈਂ ਖੁਦ 25 ਸਾਲ ਹੋ ਗਏ ਇਹਨਾਂ ਨੂੰ ਕੁਰਬਾਨੀਆਂ ਕਰ ਦੂੰ, ਇਹਨਾਂ ਦਾ ਆਪਣਾ ਹੱਕ ਪਿੱਛੇ ਲੜਨ ਵਾਸਤੇ, ਕਿਉਂਕਿ ਸਰਕਾਰਾਂ ਸਾਡੇ ਨਾਂ 'ਤੇ ਸਿਆਸਤਾਂ ਕਰ ਰਹੀਆਂ, ਸਾਡੇ ਨਾਂ 'ਤੇ ਬੁੱਤਾਂ ਨੂੰ ਪੂਜਦੀਆਂ ਨੇ। ਕਿਤੇ ਸਾਡੇ ਪਰਿਵਾਰਾਂ ਦੇ ਘਰਾਂ 'ਚ ਆਟਾ ਨਹੀਂ ਦੇਖਿਆ ਇਹਨਾਂ ਨੇ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ, ਜਾਂ ਸਾਡੇ ਪਰਿਵਾਰਾਂ ਦਾ ਨਾਂ ਲੈਣਾ ਛੱਡ ਦੇਣ, ਆਪਣੀਆਂ ਕੁਰਬਾਨੀਆਂ ਦੱਸਣ ਕੀ ਨੇਗੀਆਂ, ਜਾਂ ਫਿਰ ਬੁੱਤ 'ਤੇ ਪੂਜਣ ਛੱਡ ਦੇਣ। ਸਾਡੇ ਜਿਹੜੇ ਹੱਕ ਨੇ ਉਹਨਾਂ ਨੇ ਐਲਾਨ ਕੀਤੇ ਸਾਨੂੰ ਦੇ ਦੇਣ। ਅੱਜ ਅਸੀਂ ਊਧਮ ਸਿੰਘ ਜੀ ਦੀ ਬਰਸੀ ਹੈ, ਇੱਥੇ ਜਿਹੜੇ ਰਾਜਨੀਤਿਕ ਲੋਕ ਜਾਂ ਪ੍ਰਸ਼ਾਸਨ ਦੇ ਲੋਕ ਵੀ ਇੱਥੇ ਫੁੱਲ ਅਰਪਿਤ ਕਰਨ ਆਉਣਗੇ। ਤੁਹਾਡਾ ਕੋਈ ਨਹੀਂ ਆਉਂਦਾ ਅੱਜ, ਅਸੀਂ ਜਿਹੜੇ ਕਰ ਰਹੇ ਅਸੀਂ ਉਹਨੂੰ ਕਰਨ ਨਹੀਂ ਦੇਵਾਂਗੇ, ਫੁੱਲ ਅਰਪਿਤ ਕਰਨ ਨਹੀਂ ਦੇਵਾਂਗੇ, ਕਿਉਂਕਿ ਅਸੀਂ ਨਹੀਂ ਚਾਹੁੰਦੇ ਸਾਡੇ ਬੁੱਤਾਂ ਦੀ ਸਿਆਸਤ ਹੋਵੇ। ਬੁੱਤ ਸਾਡੇ ਨੇ ਅਸੀਂ ਸੰਭਾਲ ਲਾਂਗੇ। ਕੀ ਸਿਆਸਤ ਹਰ ਸਾਲ ਜਿਹੜੀ ਹੈਗੀ ਆ ਸ਼ਹੀਦ ਨੂੰ ਫੁੱਲ ਅਰਪਣ ਕੀਤੇ ਜਾਂਦੇ ਨੇ, ਇਸ ਵਾਰ ਕਿਉਂ ਜਿਹੜਾ ਇਸ ਤਰ੍ਹਾਂ ਕੀਤਾ ਜਾ ਰਿਹਾ ਹੈਗਾ? ਇਹ ਕਰੋਨਾ ਦਾ ਨਾਂ ਲੈ ਕੇ ਸਾਡੇ ਬੁੱਤਾਂ ਨੂੰ ਵੀ ਛੱਡ ਗਏ। ਕਰੋਨਾ ਦਾ ਨਾਂ ਲੈ ਕੇ ਸਾਡੇ ਬੁੱਤਾਂ ਨੂੰ ਵੀ ਤਿਆਗਤਾ ਇਹਨਾਂ ਨੇ। ਉਹਨਾਂ ਸਾਡੇ ਬੁੱਤਾਂ ਤੋਂ ਵੀ ਡਰਦੇ ਨੇ ਵੀ ਇਹਨਾਂ ਨੂੰ ਨਾ ਕਰੋਨਾ ਹੋ ਗਿਆ ਹੋਵੇ, ਕਿਉਂਕਿ ਸਾਡੇ ਨਾਂ 'ਤੇ ਰੋਟੀਆਂ ਸੇਕਦਾ ਨੇ, ਸਾਡੇ ਪਰਿਵਾਰਾਂ ਨੂੰ ਦੇ ਨਹੀਂ ਕੁਛ ਸਕਦੇ। ਅਸੀਂ ਬੇਨਤੀ ਸਰਕਾਰ ਨੂੰ, ਤੁਹਾਡੇ ਚੈਨਲ ਵਾਲੇ ਹੀ ਬੇਨਤੀ ਕਰਦੇ ਹਾਂ, ਸਰਕਾਰ ਵਾਲਿਓ, ਸਾਡੀ ਨਾਂ 'ਤੇ ਸਿਆਸਤ ਕਰਨ ਵਾਲਿਓ, ਆਪਣੇ ਪਰਿਵਾਰਾਂ ਦੀਆਂ ਕੁਰਬਾਨੀਆਂ ਦੱਸੋ, ਸਾਡੇ ਪਰਿਵਾਰਾਂ 'ਤੇ ਸਿਆਸਤਾਂ ਨਾ ਕਰੋ। ਜੇ ਕਰਨੇ ਆ ਜਿਹੜੇ ਹੱਕ ਨੇ ਸਾਡੇ ਐਲਾਨ ਕੀਤੇ ਸਾਨੂੰ ਦੇ ਦਿਓ। ਹੁਣ ਤੁਸੀਂ ਕਿਹੋ ਜਿਹਾ ਜਿਹੜਾ ਪ੍ਰਦਰਸ਼ਨ ਕਰੋਗੇ, ਇਸ ਤੋਂ ਬਾਅਦ ਤੁਹਾਡਾ ਕੀ ਸੰਘਰਸ਼ ਹੋਵੇਗਾ, ਕੀ ਤੁਹਾਡੀਆਂ ਮੰਗਾਂ ਨੇ? ਸਾਡੀਆਂ ਮੰਗਾਂ ਨੇ, ਸਰਕਾਰ ਨੇ ਐਲਾਨ ਕੀਤਾ ਜੀ 300 ਯੂਨਿਟ ਬਿਜਲੀ ਮਾਫੀ, ਬੱਸ ਪਾਸ ਕਰ ਕੀਤਾ ਜੀ, ਟੋਲ ਪਲਾਜ਼ਾ ਕੀਤਾ ਜੀ। ਹਰਿਆਣਾ ਦੇਸ਼ ਆਜ਼ਾਦ ਅਸੀਂ ਕਰਵਾਇਆ, ਟੋਲ ਪਲਾਜ਼ਾ ਦੇ ਲੰਘਦੇ ਸਾਡੇ ਲੀਡਰ ਨੇ, ਇਹਨਾਂ ਦੇ ਬੱਚੇ ਨੇ, ਉਹਨਾਂ ਨੂੰ ਮਾਫ ਆ ਤੇ ਸਾਨੂੰ ਮਾਫ ਨਹੀਂ। ਕੀ ਗੱਲ, ਸਾਡੇ ਜੇ ਅੰਗਰੇਜ਼ਾਂ ਦੇ ਸਾਡੇ ਫਰਕ ਹੀ ਰਹਿ ਗਿਆ, ਇਹਨਾਂ 'ਚ ਫਰਕ ਹੀ ਰਹਿ ਗਿਆ। ਸਾਡੇ ਤੋਂ ਟੈਕਸ ਲੈਂਦਾ, ਅਸੀਂ ਕਿਸੇ ਤਰ੍ਹਾਂ ਦਾ ਟੈਕਸ ਨਹੀਂ ਦੇਵਾਂਗੇ।
ਹੁਣ ਤੁਸੀਂ ਜੇ ਅਗਰ ਸਰਕਾਰ ਤੁਹਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਤੁਹਾਡਾ ਅਗਲਾ ਸੰਘਰਸ਼ ਕੀ ਰਹੇਗਾ? ਅਗਲਾ ਸੰਘਰਸ਼ ਸਾਡਾ ਇਹ ਹੈ ਵੀ ਕੈਬਨਿਟ ਇਸ ਤੋਂ ਬਾਅਦ ਅੱਜ ਸਵੇਰ ਦੇਖਦੇ ਹਾਂ, ਸ਼ਾਮ ਤੱਕ ਕੈਬਨਿਟ ਨੇ ਨਾ ਦਿੱਤਾ, ਇਸ ਤੋਂ ਬਾਅਦ ਸਾਡਾ ਅਗਲਾ ਹੈਗਾ ਕਿਤੇ ਦੀ ਕੈਪਟਨ ਦੀ ਕੋਠੀ ਘੇਰਾਂਗੇ, ਉੱਥੇ ਜਾ ਕੇ ਅਸੀਂ ਦਾਹ ਸੰਸਕਾਰ ਵੀ ਕਰਾਂਗੇ, ਆਪਣੇ ਆਪ ਨੂੰ ਦਾਹ ਵੀ ਕਰਾਂਗੇ, ਜੋ ਉਹਨਾਂ ਦੇ ਕੁਰਬਾਨੀਆਂ ਦੇਵਾਂਗੇ, ਜਿਹੜਾ ਵੀ ਹੋ ਸਕਿਆ ਐਂਡ ਰੱਖਾਂਗੇ। ਤੁਹਾਡੇ ਸਾਥੀ ਉੱਤੇ ਕੀ ਚੜਦੇ ਉਹ ਤੇਲ ਲਈ ਬੈਠੇ ਨੇ, ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਇਹ ਹਾਲੇ ਅੱਜ ਨਾ ਕਰਨ, ਇਹ ਜਿੱਦਣ ਲੋੜ ਵੀ ਆਪਾਂ ਕੈਪਟਨ ਦੀ ਗੱਲ ਲੈ ਕੇ ਮਰਾਂਗੇ। ਨਾ ਕੈਪਟਨ ਨੇ ਨਾ ਸੈਂਟਰ ਸਰਕਾਰਾਂ ਨੇ ਸਾਨੂੰ ਪੁੱਛਿਆ ਅੱਜ ਤੱਕ, ਦੋਏ ਸਰਕਾਰਾਂ ਸਾਡੇ ਨਾਲ ਸਿਆਸਤ ਕਰਦੀਆਂ ਨੇ, ਇਹ ਸਿਆਸਤਾਂ ਅਸੀਂ ਨਹੀਂ ਹੋਣ ਦੇਵਾਂਗੇ। ਉਧਰ ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ ਨੇ ਫਰੀडम ਫਾਈਟਰਸ ਦਾ ਸਮਰਥਨ ਕੀਤਾ ਅਤੇ ਨਾਲ ਹੀ ਕੈਪਟਨ ਅਤੇ ਸੁਖਬੀਰ ਨੂੰ ਅੜੇ ਹੱਥੀ ਲੈਂਦਿਆਂ ਖੂਬ ਲਾਂਤਾਂ ਪਾਈਆਂ। ਅੱਜ ਫਰੀडम ਫਾਈਟਰ ਵੱਲੋਂ ਜਿਹੜਾ ਹੈਗਾ ਪ੍ਰਦਰਸ਼ਨ ਕਰ ਰਿਹਾ ਆਪਣੇ ਮੰਗਾਂ ਲੈ ਕੇ, ਉਹ ਕਹਿੰਦੇ ਵੀ ਜਿਹੜੇ ਰਾਜਨੀਤਿਕ ਲੋਕ ਨੇ ਸਾਡੇ ਸ਼ਹੀਦਾਂ ਦੇ ਬੁੱਤਾਂ ਦੇ ਉੱਤੇ, ਉਹਨਾਂ ਦੇ ਨਾਂ ਦੇ ਉੱਤੇ ਰਾਜਨੀਤੀ ਕਰਦੇ ਨੇ। ਦੇਖੋ, ਉਹਨਾਂ ਦੀ ਗੱਲ ਬਿਲਕੁਲ ਠੀਕ ਹੈ, ਜਾਇਜ਼ ਹੈ, ਕਿਉਂਕਿ ਲੰਮੇ ਸਮੇਂ ਤੋਂ ਜਿਹੜੇ ਫਰੀडम ਫਾਈਟਰਸ ਨੇ ਉਹਨਾਂ ਦੀਆਂ ਕੁਝ ਮੰਗਾਂ ਨੇ ਕਿ ਜਿਹੜੇ ਫਰੀडम ਫਾਈਟਰਸ ਦੇ ਪਰਿਵਾਰਾਂ ਦੇ ਲੋਕ ਨੇ, ਪਰ ਉਹ ਲੰਮੇ ਸਮੇਂ ਤੋਂ ਪਹਿਲਾਂ, ਚਾਹੇ ਪਿਛਲੀ ਸਰਕਾਰ ਸੀ, ਅਕਾਲੀ ਦਲ ਦੀ ਸਰਕਾਰ ਸੀ, ਚਾਹੇ ਹੁਣ ਕਾਂਗਰਸ ਦੀ ਸਰਕਾਰ ਹੈ, ਉਹਨਾਂ ਦੀ ਉਹ ਮਾਮੂਲੀ ਜਿਹੀਆਂ ਮੰਗਾਂ ਨੇ ਜਿਹੜੀਆਂ ਉਹ ਮੰਨਣੀਆਂ ਤਾਂ ਦੂਰ, ਉਹ ਸੁਣਨ ਨੂੰ ਹੀ ਤਿਆਰ ਨਹੀਂ ਹੈਗੇ। ਸੋ ਉਹਨਾਂ ਦਾ ਜਿਹੜਾ ਰੋਸ ਪ੍ਰਦਰਸ਼ਨ ਉਹ ਬਿਲਕੁਲ ਜਾਇਜ਼ ਹੈ। ਬੀਤੇ ਸਮੇਂ ਤੋਂ ਵੱਡਾ ਸਵਾਲ ਬਣਿਆ ਹੋਇਆ ਕਿ ਪੰਜਾਬ ਦੀਆਂ ਜੇਲ੍ਹਾਂ ਅੰਦਰ ਨਸ਼ਾ ਤੇ ਫੋਨ ਕਿਵੇਂ ਪਹੁੰਚਦੇ ਨੇ। ਹੁਣ ਇਸ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚ ਇੱਕ ਜੇਲ੍ਹ ਕਰਮੀ ਨੂੰ ਜੇਲ੍ਹ ਸਿਕਿਉਰਿਟੀ ਨੇ ਬੂਟਾਂ ਅੰਦਰ ਅਫੀਮ, ਗਾਂਜਾ ਸਮੇਤ ਕਈ ਹੋਰ ਨਸ਼ੇ ਛੁਪਾ ਕੇ ਜੇਲ੍ਹ ਅੰਦਰ ਲੈ ਜਾਂਦਿਆਂ ਕਾਬੂ ਕੀਤਾ। ਦੇਖੋ ਪੂਰੀ ਖਬਰ। ਵੈਸੇ ਤਾਂ ਅਕਸਰ ਹੀ ਜੇਲ੍ਹ ਪ੍ਰਸ਼ਾਸਨ ਆਪਣੇ ਕਾਰਨਾਮਿਆਂ ਕਾਰਨ ਸੁਰਖੀਆਂ 'ਚ ਰਹਿੰਦਾ ਹੈ, ਕਦੇ ਰਿਸ਼ਵਤ, ਕਦੇ ਕੁਝ ਹੋਰ। ਕਈ ਵਾਰ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਕਿ ਜੇਲ੍ਹ 'ਚੋਂ ਕੈਦੀਆਂ ਕੋਲੋਂ ਨਸ਼ਾ ਬਰਾਮਦ ਹੋਇਆ। ਕਈ ਵਾਰ ਕੈਦੀਆਂ ਦੀਆਂ ਵੀਡੀਓਜ਼ ਵਾਇਰਲ ਹੋਈਆਂ। ਇਹ ਨਸ਼ਾ ਅਤੇ ਕੈਦੀਆਂ ਕੋਲ ਫੋਨ ਜਾਂਦੇ ਕਿਵੇਂ ਨੇ? ਇਹ ਸਵਾਲ ਹਮੇਸ਼ਾ ਜੇਲ੍ਹ ਪ੍ਰਸ਼ਾਸਨ ਨੂੰ ਸਵਾਲਾਂ ਦੇ ਘੇਰੇ 'ਚ ਖੜਾ ਕਰਦਾ ਹੈ ਅਤੇ ਇਸ ਤਰ੍ਹਾਂ ਦੇ ਹੀ ਮਾਮਲੇ 'ਚ ਹੁਣ ਕਸੂਤੀ ਘਿਰੀ ਹੈ ਫਰੀਦਕੋਟ ਦੀ ਕੇਂਦਰੀ ਮਾਡਲ ਜੇਲ੍ਹ। ਇਹ ਜੇਲ੍ਹ ਪਹਿਲਾਂ ਵੀ ਕਾਫੀ ਸੁਰਖੀਆਂ ਬਟੋਰ ਚੁੱਕੀ ਹੈ ਆਪਣੇ ਕਾਰਨਾਮਿਆਂ ਕਾਰਨ। ਇਸ ਵਾਰ ਇਹਨਾਂ ਦੇ ਇੱਕ ਸਿਹਤ ਕਰਮੀ ਲੈਬ ਟੈਕਨੀਸ਼ੀਅਨ ਤੋਂ ਜੇਲ੍ਹ ਸਿਕਿਉਰਿਟੀ ਤੇ ਤਲਾਸ਼ੀ ਦੌਰਾਨ ਅਫੀਮ, ਗਾਂਜਾ ਤੇ ਹੋਰ ਪਾਬੰਦੀਸ਼ੁਦਾ ਸਮਾਨ ਬਰਾਮਦ ਕੀਤਾ ਹੈ। ਇਸ ਮੌਕੇ ਮੀਡੀਆ ਸਾਹਮਣੇ ਕੀ ਸਫਾਈ ਪੇਸ਼ ਕੀਤੀ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ। ਦੇਖੋ, ਅੱਜ ਸਵੇਰ ਸਾਡਾ ਲੈਬ ਟੈਕਨੀਸ਼ੀਅਨ ਸੀਗੇ ਮਿਸਟਰ ਸੰਦੀਪ ਸਿੰਘ। ਉਹ ਸਵੇਰੇ ਅੱਜ ਜਦੋਂ ਡਿਊਟੀ ਤੇ ਜਾਣ ਲੱਗੇ ਤਾਂ ਉਹਨਾਂ ਦੀ ਸਰਚ ਕੀਤੀ ਗਈ ਡਿਊਟੀ ਦੇ ਵਿੱਚ, ਤੇ ਸਰਚ ਦੌਰਾਨ ਉਸ ਦੇ ਬੂਟਾਂ ਦੇ ਵਿੱਚ ਲੁਕੋਏ ਹੋਏ 50 ਗ੍ਰਾਮ ਦੇ ਕਰੀਬ ਅਫੀਮ ਤੇ 50 ਗ੍ਰਾਮ ਦੇ ਕਰੀਬ ਹੀ ਗਾਂਜਾ ਤੇ ਕੁਝ ਤੰਬਾਕੂ ਤੇ ਕੁਝ ਸਿਗਰਟ ਪੇਪਰ ਬਰਾਮਦ ਕੀਤੇ ਗਏ। ਤਾਂ ਸਭ ਕੀ ਕਾਰਵਾਈ ਕੀਤੀ ਗਈ? ਇਸ ਤੋਂ ਸੰਬੰਧਿਤ ਇਨਵੈਸਟੀਗੇਸ਼ਨ, ਡਿਟੇਲ ਇਨਵੈਸਟੀਗੇਸ਼ਨ ਹੈ ਜਿਹੜੀ ਉਹ ਤਾਂ ਪੁਲਿਸ ਕਰੇਗੀ, ਲੇਕਿਨ ਜਿਹੜੀ ਪ੍ਰੀਲਿਮਿਨਰੀ ਜਿਹੜੀ ਇਨਵੈਸਟੀਗੇਸ਼ਨ ਸੀ ਉਹਦੇ ਵਿੱਚ ਬੰਦਾ ਜਿਹੜਾ ਸੰਦੀਪ ਸਿੰਘ ਸੀਗਾ ਉਸਨੇ ਮੰਨਿਆ ਵੀ ਅੰਦਰ ਇੱਕ ਕੈਦੀ ਹੈਗਾ ਜਿਹੜਾ ਪ੍ਰਵਿੰਦਰ ਕੁਮਾਰ ਹੈਗਾ, ਉਸ ਨੂੰ ਇਸਨੇ ਸਾਰਾ ਸਮਾਨ ਲਿਆ ਕੇ ਦੇਣਾ ਸੀਗਾ। ਤੇ ਉਸ ਤੋਂ ਬਾਅਦ ਪ੍ਰਵਿੰਦਰ ਕੁਮਾਰ ਦੀ ਵੀ ਤਲਾਸ਼ੀ ਕੀਤੀ ਗਈ ਤਾਂ ਉਸਨੇ ਉਸ ਦੇ ਬੈਡਿੰਗ ਦੇ ਉੱਤੋਂ 2 ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ। ਤਾਂ ਸਰ ਇਹ ਪਹਿਲਾਂ ਵੀ ਕੋਈ ਇੱਦਾਂ ਲੱਗਿਆ ਪਤਾ ਕਿ ਲਿਜਾਂਦਾ ਸੀਗਾ ਜਾਂ ਫਸਟ ਟਾਈਮ ਫੜਿਆ? ਦੇਖੋ, ਸਾਡਾ ਕੰਮ ਹੈਗਾ ਜਿਹੜਾ ਜੇਲ੍ਹ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਪ੍ਰੋਹਿਬਿਟਡ ਆਰਟੀਕਲਸ ਨੂੰ ਲੈ ਕੇ ਜਾਣ ਤੋਂ ਰੋਕਣਾ, ਤੇ ਜਦੋਂ ਵੀ ਕਦੇ ਇਸ ਤਰ੍ਹਾਂ ਦਾ ਅਸੀਂ ਤਾਂ ਹਰ ਕਿਸੇ ਨੂੰ ਜੇਲ੍ਹ ਦੇ ਅੰਦਰ ਸਰਚ ਕਰਕੇ ਹੀ ਭੇਜਦੇ ਹਾਂ। ਇਸ ਤਰ੍ਹਾਂ ਦਾ ਇਹ ਅੱਜ ਫੜਿਆ ਗਿਆ, ਇਸ ਦੇ ਬੂਟਾਂ ਦੇ ਵਿੱਚੋਂ ਬਰਾਮਦਗੀ ਹੋਈ ਹੈ। ਨੈਚੁਰਲੀ ਅਸੀਂ ਹਰ ਕਿਸੇ ਨੂੰ ਇਸ ਤਰੀਕੇ ਨਾਲ ਕੀ ਕਾਰਵਾਈ ਕੀਤੀ ਜਾਏ? ਟੋਟਲ ਕਾਰਵਾਈ ਕੀਤੀ ਜਾ ਰਹੀ ਹੈ, ਫਰਦਰ ਇਨਵੈਸਟੀਗੇਸ਼ਨ ਜਾਰੀ ਹੈ, ਕੇਸ SHO ਸਿਟੀ ਦੇ ਹਵਾਲੇ ਕਰ ਦਿੱਤਾ ਗਿਆ। ਇਸ ਮੌਕੇ ਫਰੀਦਕੋਟ ਸਿਟੀ ਦੇ SHO ਗੁਰਵਿੰਦਰ ਸਿੰਘ ਨੇ ਵੀ ਇਸ ਮਾਮਲੇ ਬਾਰੇ ਪੂਰੀ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ। ਅੱਜ ਸਾਨੂੰ ਸੈਂਟਰਲ ਜੇਲ੍ਹ ਵੱਲੋਂ ਮਾਨਯੋਗ ਆਪਣੇ ਜੇਲ੍ਹ ਸੁਪਰਡੈਂਟ ਸਾਹਿਬ ਮਨਜੀਤ ਸਿੰਘ ਉਹਨਾਂ ਵੱਲੋਂ ਇੱਕ ਲੈਟਰ ਆਈ ਸੀ ਕਿ ਜੇਲ੍ਹ ਦਾ ਲੈਬ ਟੈਕਨੀਸ਼ੀਅਨ ਸੰਦੀਪ ਸਿੰਘ, ਜਿਹੜਾ ਕਿ ਜਦੋਂ ਜੇਲ੍ਹ ਦੇ ਵਿੱਚ ਉੱਥੇ ਆਇਆ, ਡਿਊਟੀ 'ਚ ਆਇਆ, ਮੁਲਾਜ਼ਮਾਂ ਨੂੰ ਸ਼ੱਕ ਪਿਆ, ਇਹਦੇ ਬੂਟਾਂ ਦੇ ਵਿੱਚ ਲੁਕੋ ਕੇ ਨੇ ਇੱਕ ਪਾਸੇ ਤਕਰੀਬਨ 50 ਗ੍ਰਾਮ ਅਫੀਮ ਸੀ, 50 ਗ੍ਰਾਮ ਗਾਂਜਾ ਸੀ ਦੂਜੇ ਬੂਟ 'ਚ, ਇੱਕ ਜਿਹੜਾ ਸਿਗਰਟ ਦੇ ਵਿੱਚ ਭਰ ਕੇ ਪੀਂਦੇ ਆ ਮਿਕਸਚਰ ਜਿਹਾ ਤੰਬਾਕੂ ਟਾਈਪ ਹੁੰਦਾ, ਉਹ 40 ਕੁ ਗ੍ਰਾਮ ਉਹ ਸੀਗਾ, ਤੇ ਇੱਕ ਸਾਨੂੰ ਮੋਬਾਈਲ ਫੋਨ ਵੀ ਮਿਲੇ ਆ।
ਉਹ ਪਤਾ ਲੱਗਿਆ ਇਹਦੇ ਤੋਂ ਵੀ ਇਹਨੇ ਗਾਂ ਅੱਗੇ ਪ੍ਰਵਿੰਦਰ ਕੁਮਾਰ ਨਾਂ ਦਾ ਇੱਕ ਦੋਸ਼ੀ ਆ, ਜਿਹੜਾ ਕਿ 376 ਦੇ ਮੁਕੱਦਮਾ ਹੈ ਥਾਣਾ ਸਿਟੀ ਮੋਗੇ ਦਾ, ਉਹਦੇ ਵਿੱਚ 20 ਸਾਲ ਦੀ ਸਜ਼ਾ ਭੁਗਤ ਰਿਹਾ। ਉਹਨੇ ਮੰਗਵਾਇਆ ਇਹਦੇ ਤੋਂ, ਇਹਨੇ ਦੱਸਿਆ। ਬਾਕੀ ਇਹਦੇ ਵਿੱਚ ਜਿਹੜੇ ਫਾਰਵਰਡ ਬੈਕਵਰਡ ਲਿੰਕ ਜਿਹੜੇ ਹੈਗੇ ਆ, ਉਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਵੀ ਇਹ ਬੰਦੇ ਨੇ ਸਮਾਨ ਕਿਹਦੇ ਤੋਂ ਲਿਆਂਦਾ, ਉਹਦੀ ਸਾਰੀ ਤਫਤੀਸ਼ ਚੱਲ ਰਹੀ ਆ। ਇਸ ਸੰਬੰਧ ਵਿੱਚ ਅਸੀਂ ਮੁਕੱਦਮਾ ਨੰਬਰ 263 31/7/2020 ਅੰਡਰ ਸੈਕਸ਼ਨ 18 20 29 6185 NDPS ਐਕਟ ਦੇ ਤਹਿਤ ਦਰਜ ਰਜਿਸਟਰ ਕਰ ਲਿਆ। ਗਾਂ ਇਨਵੈਸਟੀਗੇਸ਼ਨ ਚੱਲ ਰਹੀ ਆ। ਸਰ ਇਹਨੂੰ ਗ੍ਰਿਫਤਾਰੀ ਇਹਦੇ ਵਿੱਚ ਕੋਈ ਹੋਈ ਹੁਣ? ਗ੍ਰਿਫਤਾਰੀ ਇਹਦੀ ਹੋਈ ਹੈ ਜੀ ਆਪਣੇ ਸੰਦੀਪ ਦੀ। ਅੱਗੇ ਫਰਦਰ ਅਸੀਂ ਇਸ ਚੀਜ਼ ਦੀ ਪੜਤਾਲ ਵੀ ਕਰਾਂਗੇ ਕਿ ਕੋਈ ਜੇਲ੍ਹ ਪੁਲਿਸ ਦਾ ਮੁਲਾਜ਼ਮ ਤਾਂ ਨਹੀਂ ਇਹਦੇ ਵਿੱਚ ਲਿਪਤ ਹੈਗਾ। ਅਗਰ ਕੋਈ ਵੀ ਮੁਲਾਜ਼ਮ ਜੇਲ੍ਹ ਦਾ ਜਾਂ ਕੋਈ ਹੋਰ ਕਿਸੇ ਆਪਣਾ ਕੋਈ ਸਰਕਾਰੀ ਮੁਲਾਜ਼ਮ ਵਿੱਚ ਇਹਦੇ 'ਚ ਇਨਵੋਲਵਮੈਂਟ ਆਈ, ਜਿਹਦੀ SSP ਸਾਹਿਬ ਬਹਾਦਰ ਵੱਲੋਂ ਸਖਤ ਹਦਾਇਤ ਆ ਵੀ ਬਖਸ਼ਣਾ ਨਹੀਂਗਾ। ਗੁਰਦਾਸਪੁਰ ਦੇ ਗਾਜੀਕੋਟ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੋ ਗੁੱਟਾਂ ਵਿਚਕਾਰ ਖੂਨੀ ਜੰਗ ਹੋ ਗਈ। ਭਰੇ ਬਾਜ਼ਾਰ ਖੁੱਲ੍ਹੇਆਮ ਹੋਈ ਇਸ ਗੁੰਡਾਗਰਦੀ 'ਚ 6 ਵਿਅਕਤੀ ਗੰਭੀਰ ਜ਼ਖਮੀ ਹੋ ਗਏ ਅਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਾਡੀ ਪੁਲਿਸ ਟਾਈਮ ਤੇ ਨਹੀਂ ਪਹੁੰਚੀ। ਇਹ ਜਿਹੜੀਆਂ ਖੌਫਨਾਕ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ, ਇਹ ਗੁਰਦਾਸਪੁਰ ਦੀਆਂ ਨੇ, ਜਿੱਥੇ ਪਿੰਡ ਗਾਜੀਕੋਟ ਨਹਿਰ ਦੇ ਉੱਪਰ ਦੋ ਗੁੱਟਾਂ 'ਚ ਜ਼ਬਰਦਸਤ ਖੂਨੀ ਜੰਗ ਹੋ ਗਈ। ਇਸ ਖੂਨੀ ਝੜਪ 'ਚ ਇੱਕ ਧਿਰ ਦੇ 4 ਅਤੇ ਦੂਜੀ ਧਿਰ ਦੇ 2 ਲੋਕ ਜ਼ਖਮੀ ਹੋ ਗਏ। ਝਗੜਾ ਕਿੰਨਾ ਖਤਰਨਾਕ ਸੀ, ਇਸ ਦਾ ਅੰਦਾਜ਼ਾ ਤੁਸੀਂ ਤਸਵੀਰਾਂ ਦੇਖ ਕੇ ਲਗਾ ਸਕਦੇ ਹੋ। ਵਿੱਚ ਬਾਜ਼ਾਰ ਖੁੱਲ੍ਹੇਆਮ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ। ਕੀ ਸੀ ਪੂਰਾ ਮਾਮਲਾ, ਆਓ ਜਾਣਦੇ ਹਾਂ ਪੀੜਤ ਦੀ ਜ਼ੁਬਾਨੀ। ਭਾਜੀ ਇਹ ਕੱਲ ਦੇ ਕਹਿਣ ਦੇ ਵੀ ਤੁਹਾਨੂੰ ਵੇਖਣਾ ਹੁਣ ਅਸੀਂ ਪੁੱਲ ਤੋਂ ਆਉਣੇ ਘਰ ਕਹਿੰਦਾ ਵੀ ਵੇਖਣਾ ਕੌਣ ਕਹਿੰਦਾ ਸੀ? ਇਹ ਸੱਤੇ ਦਾ ਮੁੰਡਾ ਜਿਹੜਾ ਰੇਸ਼ਮ ਬਾਅਦ ਚ ਨਾ ਬਾਹਰੋਂ ਮੁੰਡੇ ਕਰਕੇ 20-25 ਇਕੱਠੇ ਕਰਕੇ ਇਹਨਾਂ ਕੋਲ ਰਿਵਾਲਵਰ ਪਹਿਲਾਂ ਗੋਲੀ ਮੈਨੂੰ ਮਾਰ ਲੱਗੇ, ਮੈਨੂੰ ਛੱਡ ਕੇ ਨਾ ਮੈਨੂੰ 6-7 ਜਣਾ ਥੱਲੇ ਸੁੱਟ ਮੁੜ ਕੇ ਹੈਪੀ ਦੇ ਗੋਲੀ ਮਾਰਦੀ। ਇਹ ਕਹਿਣ ਦੇ ਵੀ ਤੁਹਾਡੀ ਆਕੜ ਤੋੜਨੀ ਤੁਹਾਨੂੰ ਛਿੱਲਣਾ ਹੀ। ਬਸ ਭਾਈ ਆਹ ਗੱਲ ਸਾਡੀ ਕੋਈ ਗੱਲਬਾਤ ਨਹੀਂ। ਪਿੰਡ ਦੇ ਸਰਪੰਚ ਨੂੰ ਪੁੱਛ ਸਕਦੇ, ਕਿਸੇ ਨੂੰ ਪੁੱਛ ਸਕਦੇ, ਜੇ ਸਾਡਾ ਕਸੂਰ ਆ ਜੋ ਸਜ਼ਾ ਹੋਣੀ। ਦਾਤਰ ਕਿਰਪਾਨਾਂ ਤੇ ਰਿਵਾਲਵਰ ਇਹ ਸਾਰੇ ਜ਼ਖਮੀ ਸਾਡੇ ਇੱਕ ਉਹਨਾਂ ਦਾ ਵਾ, ਉਹਨਾਂ ਦੇ ਕੁਛ ਨਹੀਂ ਹੋਇਆ, ਸਿਰਫ ਜਸੂਸੀ ਲੈਣ ਆਇਆ ਭਾਜੀ ਇੱਥੇ ਸਾਡਾ ਇੱਧਰ ਵੀ ਗੱਲ ਨਹੀਂ। ਸਾਡੇ ਪਿੰਡ 'ਚੋਂ ਕੋਈ ਬੰਦਾ ਕਹਦੇ ਵੀ ਆਪਾਂ ਗਲਤ ਹਾਂ, ਜੋ ਸਜ਼ਾ ਨੂੰ ਮਨਜ਼ੂਰ। ਇਹ ਝਗੜਾ ਕਿਹੜੀ ਜਗ੍ਹਾ ਤੋਂ ਹੋਇਆ? ਇਹ ਸਾਡੇ ਪਿੰਡ ਲੱਗੇ ਹੋਇਆ ਭਾਈ। ਕਿਹੜਾ ਪਿੰਡ? ਗਾਜੀਕੋਟ ਦੇ। ਕ੍ਰਿਮੀਨਲ ਜੂਆ ਖੇਡਣਾ, ਸ਼ਰਾਬ ਪੀਣੀ, ਲੋਕਾਂ ਦੇ ਨਜਾਇਜ਼ ਕਬਜ਼ੇ ਕਰਨੇ ਭਾਜੀ, ਧੱਕਾਸ਼ਾਹੀ, ਗਰੀਬ ਤੇ ਅਤਿਆਚਾਰ। ਇਹ 2 ਗੁੱਟਾਂ ਝਗੜਾ ਆ? ਇਹ 2 ਗੁੱਟਾਂ ਝਗੜਾ ਹੋਇਆ। ਸਾਡੇ ਨਾਲ ਕੋਈ ਗੱਲ ਨਹੀਂ ਇੰਨਾ, ਸਾਡੇ ਨਾਲ ਸਿਰਫ ਰੰਜਿਸ਼ਬਾਜੀ ਬਸ ਹੈ, ਬਿਨਾਂ ਮਤਲਬ ਤੋਂ ਧੱਕਾਸ਼ਾਹੀ। ਉਧਰ ਸਾਡੀ ਮਾਨਯੋਗ ਪੁਲਿਸ ਦਾ ਉਹੀ ਤੋਤੇ ਵਾਂਗ ਰਟਿਆ ਰਟਾਇਆ ਜਵਾਬ ਸਾਹਮਣੇ ਆਇਆ। ਬਿਆਨ ਦਰਜ ਕਰ ਲਏ ਨੇ, ਕਾਰਵਾਈ ਕਰ ਰਹੇ ਹਾਂ। ਥਾਣੇ ਇਤਲਾਹ ਮਿਲੀ ਆ, ਅਸੀਂ ਮੌਕੇ ਤੇ ਪੁੱਜੇ ਆ ਪਿੰਡ ਗਾਜੀਕੋਟ। ਉੱਥੇ ਪਤਾ ਜਾ ਕੇ ਚੱਲਿਆ ਕਿ ਇੱਥੇ ਦੋਵਾਂ ਧੜਿਆਂ ਦੀ ਲੜਾਈ ਹੋਈ ਆ ਤੇ ਦੋਵੇਂ ਧੜੇ ਜਿਹੜੇ ਜ਼ਖਮੀ ਹੋਏ ਨੇ ਉਹ ਹਸਪਤਾਲ ਪੁੱਜ ਗਏ ਆ। ਅਸੀਂ ਉਹਨਾਂ ਦੇ ਮਗਰ ਹਸਪਤਾਲ ਆਏ ਆ। ਅੱਗੇ ਜੋ ਡਾਕਟਰ ਸਾਹਿਬ ਸਾਨੂੰ ਪਰਚੇ ਕੱਟ ਕੇ ਦੇਣਗੇ ਉਹਦੇ ਮੁਤਾਬਕ ਬੰਦੀ ਕਾਰਵਾਈ ਕੀਤੀ ਜਾਏਗੀ। ਪਰ ਜਿਹੜਾ ਗੋਲੀ ਵੀ ਚੱਲੀ ਗੋਲੀ ਵਾਲੀ ਅਜੇ ਕੋਈ ਗੱਲ ਸਾਹਮਣੇ ਨਹੀਂ ਆਈ। ਫੱਟਰ ਨੂੰ ਇੱਥੇ ਦੇਖਦੇ ਹਸਪਤਾਲ ਕਲੀਅਰ ਪਾ ਗੋਲੀਆਂ ਮਾਰੀਆਂ ਹਸਪਤਾਲ ਡਾਕਟਰ ਸਾਹਿਬ ਨੂੰ ਮਿਲਦੇ ਆ, ਕਿੰਨੇ ਮਰੀਜ਼ ਇੱਥੇ ਆਏ ਆ ਉਹਨਾਂ ਨੂੰ ਮਿਲ ਕੇ ਤੇ ਫਿਰ ਬੰਦੀ ਕਾਰਵਾਈ ਕਰਦੇ ਆ। ਲੜਾਈ ਦਾ ਝਗੜਾ ਕੀ ਦੱਸਿਆ ਜਾ ਰਿਹਾ? ਇਹਨਾਂ ਜੇ ਕਾਰਨਾਂ ਬਾਰੇ ਕੋਈ ਪਤਾ ਨਹੀਂ ਲੱਗਾ। ਚਲੋ ਪਤਾ ਨਹੀਂ ਸਾਨੂੰ ਵੀ ਕਿੰਨੇ ਕਿਹੜੀ ਪਾਰਟੀ ਵਾਲੇ ਕਿੰਨੇ ਆ, ਕਿਹੜੀ ਪਾਰਟੀ ਵਾਲੇ ਕਿੰਨੇ। ਚਲੋ ਆਪਾਂ ਕਲੀਅਰ ਕਰਦੇ ਆ। ਹੋਇਆ ਕੀ ਝਗੜਾ ਹੋਇਆ? ਝਗੜਾ ਹੋਇਆ ਪਰ ਕਾਰਨਾਂ ਦੇ ਕੋਈ ਪਤਾ ਨਹੀਂ ਲੱਗਾ। ਨਾਮ ਨੂੰ ਪਤਾ ਨਹੀਂ ਭਾਜੀ ਕੌਣ ਬੰਦੇ? ਨਾ ਪਤਾ ਲੱਗਾ ਵੀ ਕਿ ਸਾਬੀ ਮੁੰਡਾ ਆ, ਹੈਪੀ ਆ, ਜੋਬਨ ਆ, ਕੁਝ ਹੋਰ ਵੀ ਹੈਗੇ ਆ ਪਰ ਉਹਨਾਂ ਦੇ ਨਾਂ ਨਹੀਂ ਪਤਾ। ਪੰਜਾਬ 'ਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਰਹੀ। ਆਏ ਦਿਨ ਸ਼ਰੇਆਮ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ।
ਲੋਕ ਸ਼ਰੇਆਮ ਖੁੱਲੇ ਬਾਜ਼ਾਰ ਬਦਮਾਸ਼ੀ ਕਰਦੇ ਨੇ ਅਤੇ ਹਮੇਸ਼ਾ ਦੀ ਤਰ੍ਹਾਂ ਪੁਲਿਸ ਨੂੰ ਸੂਚਨਾ ਲੇਟ ਮਿਲਦੀ ਹੈ। ਪੁਲਿਸ ਨੂੰ ਵਾਰਦਾਤਾਂ ਦੀ ਭਨਕ ਤੱਕ ਨਹੀਂ ਲੱਗਦੀ। ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਬਦਮਾਸ਼ਾਂ ਦੇ ਹੌਸਲੇ ਬੁਲੰਦ ਨੇ। ਉਹ ਸ਼ਰੇਆਮ ਕਾਨੂੰਨ ਨੂੰ ਸ਼ਿਕੇ ਤੇ ਟੰਗ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਨੇ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਮੈਨੂੰ ਦਿਓ ਆਗਿਆ। ਸਤਿ ਸ੍ਰੀ ਅਕਾਲ। Face mask manufacturer. Factory capacity 500,000 mask per day. 2 and 3 ply disposable face mask. 3 ply disposable face mask with nose wire. RN95 respirator face mask. Adjustable nose piece for ultimate comfort. For bulk order and more information www.risley.org.